ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਅਮੋਲਕ ਅੰਮ੍ਰਿਤ ਬਚਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ। ਕਿਉਂਕਿ ਜਿਸ ਵਿਸ਼ੇ ਤੇ ਆਪਾਂ ਅੱਜ ਗੱਲ ਕਰ ਰਹੇ ਹਾਂ ਸਾਧ ਸੰਗਤ, ਬਸ ਇਸ ਵਿਸ਼ੇ ਨੂੰ ਥੋੜਾ ਜਿਹਾ ਧਿਆਨ ਵਿੱਚ ਰੱਖਿਆ ਜੇ ਨਾ ਕਰ ਚਿੰਤਾ ਹੈ ਕਰਤੇ ਹਰ ਦੇਵੈ ਜਲ ਥਲ ਜਨਤਾ ਸ਼ਬਦ ਹੈ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਤੋਂ ਕੁਰਬਾਨ ਤੇ ਸਦਕੇ ਜਾਈਏ। ਮੈਂ ਕਈ ਵਾਰੀ ਸੋਚਣਾ ਬੰਦਾ ਕਿੰਨੀ ਚਿੰਤਾ ਵਿੱਚ ਜਿੰਦਾ ਹੈ। ਸਵੇਰੇ ਖਾਧਾ ਹੈ, ਇਹਨੂੰ ਸ਼ਾਮ ਦੀ ਚਿੰਤਾ ਹੈ, ਸ਼ਾਮ ਦਾ ਤਿਆਰ ਪਿਆ ਹੈ, ਅਜੇ ਖਾਣਾ ਹੈ, ਪਰ ਸਵੇਰ ਦੀ ਚਿੰਤਾ ਹੈ। ਇਹਨਾਂ ਕੁਝ ਘਰ ਵਿੱਚ ਜੋੜ ਕੇ ਰੱਖਿਆ ਵੀ ਸਾਲਾਂ ਬੱਧੀ ਇਹਨੂੰ ਕਿਸੇ ਗੱਲ ਦਾ ਫਿਕਰ ਨਹੀਂ। ਸਵਾਸ ਅਗਲੇ ਦਾ ਪਤਾ ਕੋਈ ਨਹੀਂ, ਆਣਾ ਹੈ ਕਿ ਨਹੀਂ ਆਣਾ। ਚਿੰਤਾਵਾਂ ਆਪਣੇ ਪੱਲੇ ਕਈ ਸਾਲਾਂ ਦੀਆਂ ਬੰਨੀ ਫਿਰਦਾ ਹੈ। ਪਰ ਕਿਤੇ ਸਤਿਗੁਰ ਦੀ ਕਿਰਪਾ ਹੋ ਜਾਏ ਫਿਰ ਇਹਨਾਂ ਗੱਲਾਂ ਦੀ ਸਮਝ ਆਉਂਦੀ ਹੈ। ਗੁਰੂ ਰਾਮਦਾਸ ਪਾਤਸ਼ਾਹ ਜੀ ਸਤਿਗੁਰਾਂ ਦੇ ਇੱਕ ਬੜੇ ਪਿਆਰੇ ਸਿੱਖ ਹੋਏ ਨੇ। ਗੱਲ ਸਮਝ ਵਿੱਚ ਆਵੇ, ਉਹ ਸਿੱਖ ਦਾ ਮੈਂ ਨਾਮ ਜ਼ਿਕਰ ਕਰਦਾ ਜਾਵਾਂ। ਨਾਮ ਇਤਿਹਾਸ ਵਿੱਚ ਆਇਆ ਭਾਈ ਸੋਮਾ। ਇਹ ਸਰੀਰ ਕਰਕੇ ਆਰਥਿਕ ਤੰਗੀ ਵਿੱਚ ਜੀ ਰਿਹਾ ਸੀ। ਜਿਹੜੇ ਕੰਮ ਨੂੰ ਹੱਥ ਪਾਵੇ ਉਹ ਕੰਮ ਚੱਲੇ ਕੋਈ ਨਾ। ਵੇਖੇ ਐਸਾ ਸੰਸਾਰ ਵਿੱਚ ਸਾਧ ਸੰਗਤ ਬੜੀ ਵਾਰੀ ਹੁੰਦਾ ਹੈ। ਇਹਨਾਂ ਗੱਲਾਂ ਨੂੰ ਪ੍ਰੈਕਟੀਕਲੀ ਰੂਪ ਵਿੱਚ ਸਮਝਣਾ। ਕਈ ਵਾਰੀ ਐਸਾ ਹੁੰਦਾ ਹੈ ਬੰਦਾ ਕਿਸੇ ਕੰਮ ਨੂੰ ਹੱਥ ਪਾਉਂਦਾ ਹੈ ਪਰ ਉਹ ਕੰਮ ਚੱਲਦਾ ਕੋਈ ਨਹੀਂ। ਇਨਸਾਨ ਨਿਰਾਸ਼ ਹੋ ਕੇ ਦੂਜੇ ਕੰਮ ਨੂੰ ਹੱਥ ਪਾਉਂਦਾ ਹੈ ਪਰ ਉਹ ਵੀ ਕੋਈ ਨਹੀਂ ਚੱਲਦਾ। ਕਈ ਵਾਰੀ ਬੰਦਾ ਬਹੁਤ ਨਿਰਾਸ਼ਤਾ ਦੇ ਵਿੱਚ ਇੰਨੀ ਡੂੰਘੀ ਚਿੰਤਾ ਵਿੱਚ ਚਲਾ ਜਾਂਦਾ ਹੈ ਵੀ ਉਸ ਚਿੰਤਾ ਦੇ ਵਿੱਚ ਉਹਨੂੰ ਬਾਹਰ ਕੱਢਣਾ ਫਿਰ ਬੜਾ ਔਖਾ ਹੋ ਜਾਂਦਾ ਹੈ। ਉਹ ਡਿਪਰੈਸ਼ਨ ਦੇ ਅੰਦਰ ਆਪਣਾ ਸਾਰਾ ਜੀਵਨ ਜਿਉ ਕੇ ਚਲਾ ਜਾਂਦਾ ਹੈ। ਪਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ ਤੂੰ ਭਰੋਸਾ ਰੱਬ ਤੇ ਰੱਖ। ਇਹ ਪਰਮਾਤਮਾ ਤੇ ਭਰੋਸੇ ਤੋਂ ਵੱਡੀ ਦਾਤ ਕੋਈ ਨਹੀਂ। ਹਾਂ, ਬਸ ਇੱਕ ਅਰਦਾਸ ਕਰਿਆ ਕਰ, ਮੇਰੇ ਦਾਤਾ ਮੈਂ ਤੇਰੇ ਚਰਨਾਂ ਦੇ ਵਿੱਚ ਫਰਿਆਦੀ ਬਣ ਕੇ ਆਇਆ। ਤੇਰੇ ਚਰਨਾਂ ਤੋਂ ਬਿਨਾਂ ਮੇਰੇ ਕੋਲ ਕੋਈ ਦੂਜਾ ਆਸਰਾ ਨਹੀਂ। ਆਪ ਗੁਰੂ ਅਰਜਨ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹਦੇ ਹੋ, ਸੁਖਮਨੀ ਸਾਹਿਬ ਜੀ ਦੀ ਬਾਣੀ। ਦੇਖੋ ਮੇਰੇ ਸਤਿਗੁਰ ਨੇ ਕਿੰਨੀ ਕਿਰਪਾ ਕੀਤੀ, ਭਰੋਸਾ ਕਿੰਨਾ ਦਿੱਤਾ ਹੈ। ਆਪ ਇੱਕ ਸ਼ਬਦ ਪੜ੍ਹਦੇ ਹੋ ਸਾਹਿਬ ਦਾ। ਪਾਤਸ਼ਾਹ ਕਹਿੰਦੇ ਨੇ ਰਮਈਆ ਕੇ ਗੁਣ ਚੇਤ ਪ੍ਰਾਣੀ। ਇਹ ਬੰਦਿਆ ਪਰਮਾਤਮਾ ਦੇ ਗੁਣਾਂ ਨੂੰ ਚੇਤੇ ਕਰ। ਰਮਈਆ ਕੇ ਗੁਣ ਚੇਤ ਪ੍ਰਾਣੀ ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੈਂ ਜਿਨੇ ਉਬਾਰਿਆ। ਵੇਖੋ ਸਾਰੀ ਪਰਮਾਤਮਾ ਦੀ ਬਖਸ਼ਿਸ਼ ਦੀ ਗੱਲ ਤੇ ਬੰਦੇ ਦੇ ਅੰਦਰ ਦੀ ਚਿੰਤਾ ਨੂੰ ਖਤਮ ਕਰਨ ਦੀ ਗੱਲ ਸਤਿਗੁਰ ਨੇ ਕੀਤੀ ਹੈ। ਪਾਤਸ਼ਾਹ ਕਹਿੰਦੇ ਨੇ ਜਿਨੇ ਤੈਨੂੰ ਮਾਂ ਦੇ ਉਦਰ ਵਿੱਚ ਸਾਜਿਆ ਸਵਾਰਿਆ ਸ਼ਿੰਗਾਰਿਆ ਗਰਭ ਅਗਨ ਮੈਂ ਜਿਨੇ ਉਬਾਰਿਆ। ਜਿਨੇ ਮਾਂ ਦੇ ਉਦਰ ਦੀ ਅੱਗ ਵਿੱਚ ਤੈਨੂੰ ਉਬਾਰਿਆ। ਬਾਹਰ ਵਿਵਸਥਾ ਤੁਝੇ ਪਿਆਰੇ ਦੁੱਧ। ਬਚਪਨ ਦੇ ਵਿੱਚ ਉਹਨੇ ਤੇਰੇ ਲਈ ਦੁੱਧ ਦਾ ਬੰਦੋਬਸਤ ਕਰ ਦਿੱਤਾ। ਤੇਰੇ ਲਈ ਆਹਾਰ ਕੋਈ ਸੰਸਾਰ ਦਾ ਜੋ ਤੇਰੇ ਕੰਮ ਆਉਣ ਵਾਲਾ ਨਹੀਂ ਸੀ। ਮਾਲਕ ਨੇ ਕਿਰਪਾ ਕੀਤੀ, ਮਾਂ ਦੇ ਸੋਲ ਹਿਰਦੇ ਵਿੱਚ ਤੇਰੇ ਲਈ ਅੰਮ੍ਰਿਤ ਵਰਗੇ ਦੁੱਧ ਦੀ ਦਾਤ ਪੈਦਾ ਕਰ ਦਿੱਤੀ। ਸਤਿਗੁਰ ਕਹਿੰਦੇ ਨੇ ਨਾ ਕਰ ਚਿੰਤਾ ਹੈ ਕਰਤੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ ਮੇਰੇ ਮਨਾ ਐਸੇ ਸਤਿਗੁਰ ਦੇ ਗੁਣਾਂ ਨੂੰ ਨਿਤਾਂ ਪ੍ਰਤੀ ਗਾਇਆ ਕਰ। ਰਮਈਆ ਕੇ ਗੁਣ ਚੇਤ ਪ੍ਰਾਨੀ ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੈਂ ਜਿਨੇ ਉਬਾਰਿਆ। ਬਾਰ ਵਿਵਸਥਾ ਤੁਝੇ ਪਿਆਰੇ ਦੂਧ ਪਰ ਜੋਬਨ ਭੋਜਨ ਸੁਖ ਸੋਧ। ਬਿਰਧ ਪਿਆ ਉਪਰ ਸਾਕ ਸੈਡ। ਜਿਦਨ ਤੂੰ ਬਜ਼ੁਰਗੀ ਵਿੱਚ ਗਿਆ। ਵੇਖੋ ਸਾਧ ਸੰਗਤ, ਦੋ ਜੀਵਨ ਦੀਆਂ ਅਵਸਥਾਵਾਂ ਐਸੀਆਂ ਨੇ, ਇੱਕ ਬਚਪਨ ਤੇ ਦੂਜਾ ਬੁਢੇਪਾ। ਬਚਪਨ ਵੀ ਆਸਰਾ ਲੱਭਦਾ ਹੈ ਤੇ ਬੁਢੇਪਾ ਵੀ ਸਹਾਰਾ ਲੱਭਦਾ ਹੈ। ਹੁਣ ਮੇਰੇ ਸਤਿਗੁਰ ਕਹਿੰਦੇ ਨੇ ਜਿਸ ਦਿਨ ਬਚਪਨ ਵਿੱਚ ਸੈਂ ਉਹ ਦਿਨ ਵੀ ਉਹਨੇ ਕਿਰਪਾ ਕਰਕੇ ਤੇਰੇ ਲਈ ਪਹਿਲਾਂ ਹੀ ਬੰਦੋਬਸਤ ਕੀਤਾ। ਪਹਿਲੋ ਮਾਂ ਬੱਚੇ ਦਾ ਜਨਮ ਬਾਅਦ ਵਿੱਚ ਮਾਂ ਦੇ ਹਿਰਦੇ ਵਿੱਚ ਦੁੱਧ ਦੀ ਦਾਤ ਰੱਬ ਨੇ ਪਹਿਲਾਂ ਪੈਦਾ ਕਰ ਦਿੱਤੀ। ਇਹ ਉਸ ਦੀਆਂ ਬਖਸ਼ਿਸ਼ਾਂ ਨੇ। ਇਹ ਇੱਕ ਗੱਲ ਦ੍ਰਿਸ਼ਟਾਂਦੀਆਂ ਨੇ ਮੇਰੇ ਸਤਿਗੁਰ ਦੀਆਂ ਬਖਸ਼ਿਸ਼ਾਂ। ਭਲਿਆ ਤੂੰ ਐਵੇਂ ਸੰਸਾਰ ਤੇ ਚਿੰਤਾ ਕਰਦਾ ਪਿਆ। ਵੇਖ ਜਿਸ ਦਾਤੇ ਨੇ ਇੰਨੀ ਵੱਡੀ ਸ੍ਰਿਸ਼ਟੀ ਪੈਦਾ ਕੀਤੀ ਹੈ, ਜੋ ਸਭ ਜੀਆਂ ਨੂੰ ਆਧਾਰ ਦੇ ਰਿਹਾ, ਤੂੰ ਕਾਹਦੀ ਚਿੰਤਾ ਕਰਨਾ, ਉਹ ਤੈਨੂੰ ਵੀ ਆਧਾਰ ਦੇਗਾ। ਮੈਂ ਸਿਰਫ ਇੱਕ ਗੱਲ ਕਹਿ ਦਿਆਂ, ਗੱਲ ਸਮਝ ਵਿੱਚ ਆਏ। ਇਹ ਭਾਈ ਸੋਮਾ ਸ਼ਾਹ, ਇਹ ਨਾਮ ਭਾਈ ਸੋਮਾ ਸੀ। ਸੋਮਾ ਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਦਾ ਨਾਂ ਜਦੋਂ ਸਾਹਿਬ ਨੇ ਇਹਦੇ ਹਿਰਦੇ ਦੀ ਪਰਖ ਕੀਤੀ
ਇਹ ਸੱਚ ਵਿੱਚ ਸ਼ਾਹ ਸੀ ਜੀ। ਸਮਾਂ ਸੀ ਕਦੇ ਲੋਕਾਂ ਦੇ ਕੋਲੋਂ ਕਹਿੰਦਾ ਸੀ ਮੇਰੇ ਪਰਿਵਾਰ ਦਾ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ। ਕਿਸੇ ਨੇ ਆਖਿਆ ਮਾਝੇ ਦੀ ਧਰਤੀ ਤੇ ਚਲਾ ਜਾ, ਗੁਰੂ ਰਾਮਦਾਸ ਜੀ ਕਿਰਪਾ ਕਰਦੇ ਪਏ ਨੇ। ਉੱਥੇ ਸਤਿਗੁਰੂ ਪਾਤਸ਼ਾਹ ਜੀ ਸਰੋਵਰ ਦੀ ਪਟਵਾਈ ਕਰਾ ਰਹੇ ਨੇ। ਸਰੋਵਰ ਤਿਆਰ ਹੋ ਰਿਹਾ ਹੈ। ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਆਉਂਦੀਆਂ ਨੇ। ਗੁਰੂ ਰਾਮਦਾਸ ਸਾਹਿਬ ਜੀ ਆਪ ਵੀ ਸੇਵਾ ਵਿੱਚ ਜੁੜਦੇ ਨੇ। ਇੱਥੇ ਇਹ ਭਾਈ ਸੋਮਾ ਆਇਆ। ਇਹਨੇ ਵੇਖਿਆ ਵੀ ਸੰਗਤ ਬੜੀ ਏ ਤੇ ਉਸ ਸਰੋਵਰ ਦੇ ਕੰਢੇ ਤੇ ਇੱਕ ਪਾਸੇ ਜਿੱਥੇ ਸੰਗਤ ਹਜ਼ਾਰਾਂ ਦੀ ਗਿਣਤੀ ਵਿੱਚ ਆਂਦੀ ਏ, ਉੱਥੇ ਜੀ ਨੇ ਆਪਣੀ ਇੱਕ ਛਾਬਾ ਲਾ ਲਿਆ। ਹੁਣ ਉਹ ਛਾਬੇ ਤੇ ਸਮਾਨ ਵੇਚਦਾ, ਘੁੰਗਣੀਆਂ ਵੇਚਦਾ ਹੈ। ਬੜੀ ਚੰਗੀ ਵਟਕ ਹੋਣ ਲੱਗ ਪਈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਇੱਕ ਦਿਨ ਸੇਵਾ ਕਰਕੇ ਜਾ ਰਹੇ ਸਨ ਤੇ ਸਤਿਗੁਰਾਂ ਦਾ ਧਿਆਨ ਪੈ ਗਿਆ। ਪਾਤਸ਼ਾਹ ਜੀ ਨੇ ਸਿੱਖ ਨੂੰ ਪੁੱਛਿਆ ਵੀ ਇਹ ਕੌਣ? ਸਿੱਖ ਕਹਿਣ ਲੱਗੇ ਸਤਿਗੁਰੂ ਜੀ ਇਹ ਭਾਈ ਸੋਮਾ ਹੈ। ਇਹ ਪਿਛਲੇ ਦਿਨਾਂ ਤੋਂ ਲੈ ਕੇ ਇੱਥੇ ਵਟਕ ਦੇ ਰਿਜ਼ਕ ਦੇ ਬੰਦੋਬਸਤ ਵਿੱਚ ਆਇਆ ਹੈ। ਇੱਥੇ ਬਹਿ ਕੇ ਛਾਬੜੀ ਲਾਂਦਾ ਹੈ। ਦਾਤਾਰ ਪਿਤਾ ਜੀ ਕਹਿਣ ਲੱਗੇ ਛਾਬੜੀ ਲਾਂਦਾ ਹੈ ਕਿ ਗੁਰੂ ਘਰ ਵੀ ਕੁਝ ਦੇ ਕੇ ਜਾਂਦਾ ਹੈ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਭਾਈ ਸੋਮੇ ਨੂੰ ਬੁਲਾਇਆ। ਭਾਈ ਸੋਮਾ ਸਤਿਗੁਰਾਂ ਦੇ ਚਰਨਾਂ ਵਿੱਚ ਆਏ। ਸਾਹਿਬ ਕਹਿਣ ਲੱਗੇ ਭਾਈ ਸੋਮਾ ਜੀ ਤੁਸੀਂ ਪਿਛਲੇ ਦਿਨਾਂ ਤੋਂ ਇੱਥੇ ਛਾਬੜੀ ਲਾ ਰਹੇ ਹੋ, ਵਟਕ ਚੰਗੀ ਹੁੰਦੀ ਹੋਣੀ ਹੈ। ਭਾਈ ਸੋਮਾ ਕਹਿਣ ਲੱਗੇ ਸਤਿਗੁਰ ਤੁਹਾਡੀ ਬੜੀ ਕਿਰਪਾ ਹੈ। ਮੈਂ ਕੱਖਾਂ ਦੀ ਤਰ੍ਹਾਂ ਰੁਲਣ ਵਾਲੇ ਨੂੰ ਤੁਹਾਡਾ ਆਸਰਾ ਮਿਲ ਗਿਆ ਹੈ। ਬਹੁਤ ਸੋਹਣੀ ਵਟਕ, ਘਰ ਦਾ ਗੁਜ਼ਾਰਾ ਬੜਾ ਚੰਗਾ ਚੱਲਣ ਲੱਗ ਪਿਆ ਹੈ। ਧੰਨ ਗੁਰੂ ਰਾਮਦਾਸ ਜੀ ਕਹਿੰਦੇ ਸਿਰਫ ਵਟਕ ਕਮਾ ਕੇ ਘਰ ਹੀ ਲੈ ਜਾਣਾ ਹੈ ਕਿ ਕੁਝ ਦੇ ਕੇ ਵੀ ਜਾਣਾ ਹੈ। ਇਹ ਬੋਲਿਆ ਕੁਝ ਨਾ। ਕਹਿੰਦਾ ਸਤਿਗੁਰ ਨਹੀਂ, ਮੈਂ ਕਦੀ ਕੁਝ ਨਹੀਂ ਦੇ ਕੇ ਗਿਆ। ਸਾਹਿਬ ਨੇ ਆਖਿਆ ਫਿਰ ਅੱਜ ਦੀ ਜਿਹੜੀ ਵਟਕ ਹੈ ਸਾਰੀ ਇੱਥੇ ਦੇ ਕੇ ਜਾ, ਇੱਥੇ ਮਾਇਆ ਦੀ ਬੜੀ ਜ਼ਰੂਰਤ ਹੈ। ਮੈਂ ਕਈ ਵਾਰੀ ਬੇਨਤੀ ਕਰਨਾ ਪਰਮਾਤਮਾ ਸਤਿਗੁਰੂ ਰੱਬ ਜੀ ਉਹ ਬੜੀ ਵਾਰੀ ਐਸੀਆਂ ਘੜੀਆਂ ਜੀਵਨ ਦੇ ਵਿੱਚ ਪੈਦਾ ਕਰਦੇ ਨੇ ਵੀ ਬੰਦੇ ਦੀ ਪਰਖ ਹੁੰਦੀ ਏ। ਜਿਹੜੇ ਉਸ ਪਰਖ ਵਿੱਚੋਂ ਪਾਸ ਹੋ ਜਾਣ, ਗੁਰੂ ਸਦਾ ਲਈ ਉਹਨਾਂ ਨੂੰ ਆਪਣੀ ਗਲਵਕੜੀ ਵਿੱਚ ਲੈ ਲੈਂਦੇ ਨੇ। ਜਿਹੜੇ ਉਸ ਘੜੀ ਦੇ ਵਿੱਚੋਂ ਫੇਲ ਹੋ ਜਾਣ, ਸੱਚ ਜਾਣੇ ਉਹ ਦੁਨੀਆ ਦੇ ਅੰਦਰ ਸਾਰੀ ਜ਼ਿੰਦਗੀ ਰੋਂਦੇ ਤੇ ਕੁਰਲਾਉਂਦੇ ਨੇ। ਇਹਨੇ ਜਿੰਨੀ ਮਟਕ ਸੀ ਸਾਰੀ ਅੱਗੇ ਰੱਖ ਦਿੱਤੀ। ਅਗਲਾ ਦਿਨ ਫਿਰ ਆਇਆ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਲੰਘਦੇ ਫਿਰ ਆ ਗਏ। ਭਾਈ ਸੋਮਾ ਅੱਜ ਵੀ ਚੰਗੀ ਵਟਕ ਹੋਈ। ਕਹਿਣ ਲੱਗੇ ਸਤਿਗੁਰ ਜੀ ਬਹੁਤ ਸੋਹਣੀ। ਪਾਤਸ਼ਾਹ ਕਹਿਣ ਲੱਗੇ ਲਿਆ ਵਟਕ। ਗੁਰੂ ਘਰ ਦੇ ਵਿੱਚ ਮਾਇਆ ਦੀ ਬੜੀ ਜ਼ਰੂਰਤ ਹੈ। ਇਹ ਕਈ ਦਿਨ ਲੰਘੇ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਰੋਜ਼ ਆ ਜਾਣ। ਅੱਜ ਕਈ ਦਿਨਾਂ ਬਾਅਦ ਇਹਨੇ ਮਨ 'ਚ ਸੋਚਿਆ ਵੀ ਮਨਾ ਜਿੰਨੀ ਵਟਕ ਹੁੰਦੀ ਉਹ ਰੋਜ਼ ਗੁਰੂ ਦੇ ਚਰਨਾਂ ਵਿੱਚ ਲੱਗ ਜਾਂਦੀ ਏ। ਅੱਜ ਵੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਜਦੋਂ ਆਣਗੇ ਅੱਜ ਉਹਨਾਂ ਨਾਲ ਕਿਵੇਂ ਗੱਲਬਾਤ ਕਰੇਗਾ। ਬਸ ਮਨ ਨੇ ਗੇੜਾ ਖਾਦਾ। ਸਾਧ ਸੰਗਤ ਜੀ ਅੱਜ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਲੰਘਣ ਲੱਗੇ, ਇਹਨੇ ਜਿੰਨੀ ਵਟਕ ਸੀ ਸਾਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਰੱਖ ਦਿੱਤੀ। ਕਹਿਣ ਲੱਗੇ ਸਤਿਗੁਰ ਅੱਜ ਦੀ ਵਟਕ ਇਹ ਤੁਹਾਡੇ ਚਰਨਾਂ ਵਿੱਚ ਸਮਰਪਿਤ ਹੈ। ਸਾਧ ਸੰਗਤ ਸੱਚ ਇਹ ਅਸੀਂ ਦੇਣੇ ਜ਼ਰੂਰ ਹਾਂ, ਪਰ ਦੇਣ ਲੱਗਿਆ ਸਾਡੀ ਮਨਸ਼ਾ ਹੁੰਦੀ ਵੀ ਜਿੰਨਾ ਦਿੱਤਾ ਸਾਨੂੰ ਇਸ ਤੋਂ ਵੱਧ ਕੇ ਮਿਲੇ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਤੁਸੀਂ ਇਹ ਬਚਨ ਬੜੀ ਵਾਰੀ ਪੜ੍ਹਦੇ ਹੋ। ਪਾਤਸ਼ਾਹ ਕਹਿੰਦੇ ਨੇ ਬੰਦੇ ਦਾ ਸੁਭਾਅ ਹੈ ਸਹਿਸ ਘਟੇ ਲੱਖ ਕੋ ਉਠਤਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੈ ਪਾਵੇ। ਅੰਦਰ ਤ੍ਰਿਪਤੀ ਨਹੀਂ। ਜੇਕਰ 2 ਪੈਸੇ ਵੀ ਗੁਰੂ ਦੇ ਚਰਨਾਂ ਵਿੱਚ ਰੱਖਦਾ ਤੇ ਹਜ਼ਾਰਾਂ ਦੀ ਕਾਮਨਾ ਕਰਦਾ। ਜੇ ਰੱਖਦਾ 4 ਆਨੇ ਤੇ ਮੰਗਦਾ ਹਜ਼ਾਰਾਂ ਦੀ ਗਿਣਤੀ ਵਿੱਚ। ਸੱਚੇ ਗੁਰਮਖੋ ਬਾਹਰ ਕੰਬਲ ਵੰਡ ਰਿਹਾ ਹੈ, ਅੰਦਰ ਮਨ ਦੇ ਅੰਦਰ ਖਿਆਲ ਇਹ ਹੈ ਵੀ ਅੱਜ ਵੰਡੇ ਨੇ, ਅੱਜ ਮੇਰਾ ਕਾਰੋਬਾਰ ਹੋਰ ਜ਼ਿਆਦਾ ਚੱਲੇਗਾ। ਹੁਣ ਇਹਦਾ ਮਤਲਬ ਇਹ ਨਾ ਲੈ ਲੈਣਾ ਵੀ ਭਾਈ ਸਾਹਿਬ ਕਿਤੇ ਕਹਿ ਰਹੇ ਨੇ ਵੀ ਨਹੀਂ ਦਾਨ ਕਰਨਾ ਮਾੜੀ ਗੱਲ ਹੈ। ਨਹੀਂ, ਦੇਣਾ ਮਾੜੀ ਗੱਲ ਨਹੀਂ, ਪਰ ਸਤਿਗੁਰ ਕਹਿੰਦੇ ਨੇ ਦੇਣਾ ਉਹ ਭਲਾ ਹੈ ਵੀ ਦੇ ਕੇ ਜਿਹੜਾ ਭਲਾ ਮਨਾਉਂਦਾ ਹੈ। ਜੇ ਅੰਦਰ ਕਾਮਨਾ, ਕੋਈ ਕਾਮਨਾ ਅਧੀਨ ਕੀਤਾ ਗਿਆ ਕਰਮ, ਉਹ ਸਿਰਫ ਕਾਮਨਾ ਤੇ ਖੜਾ ਹੈ, ਉਹਦਾ ਜੀਵਨ ਦੇ ਅੰਦਰ ਕੋਈ ਲਾਭ ਨਹੀਂ। ਗੁਰੂ ਰਾਮਦਾਸ ਸਾਹਿਬ ਜੀ ਨੇ ਕਿਰਪਾ ਕੀਤੀ। ਅੱਜ ਇਹਨੇ ਵਟਕ ਗੁਰੂ ਦੇ ਚਰਨਾਂ ਵਿੱਚ ਆਪਣੇ ਆਪ ਰੱਖ ਦਿੱਤੀ। ਸਾਹਿਬ ਨੇ ਆਪਣੀ ਗਲਵਕੜੀ ਵਿੱਚ ਲਿਆ ਤੇ ਬਚਨ ਕੇ ਸਤਿਗੁਰ ਕਹਿਣ ਲੱਗੇ ਭਾਈ ਸੋਮਾ ਤੂੰ ਸੱਚ ਵਿੱਚ ਸੋਮਾ ਨਹੀਂ, ਤੂੰ ਸੋਮਾ ਸ਼ਾਹ ਹੈ। ਤੇਰੇ ਵਰਗਾ ਸ਼ਾਹ ਕਿਹੜਾ, ਤੇਰੇ ਵਰਗਾ ਵਪਾਰੀ ਕਿਹੜਾ, ਤੇਰੇ ਵਰਗਾ ਦੁਨੀਆ ਦੇ ਉੱਪਰ ਮਨ ਦਾ ਧਨੀ ਕਿਹੜਾ।
ਦੁਨੀਆਵੀ ਲੋਕ ਤੇ 2 ਪੈਸੇ ਰੱਖ ਕੇ ਵੀ ਦੁਨੀਆ ਨੂੰ ਜਿਤਾਉਂਦੇ ਨੇ। ਇੰਨੇ ਦਿਨ ਹੋ ਗਏ ਨੇ ਤੂੰ ਇੱਕ ਲਫ਼ਜ਼ ਨਹੀਂ ਬੋਲਿਆ, ਅੱਜ ਆਪਣੇ ਆਪ ਵਟਕ ਅੱਗੇ ਗੁਰੂ ਦੇ ਰੱਖ ਦਿੱਤੀ ਹੈ। ਸਭ ਨੇ ਗਲਵਕੜੀ ਵਿੱਚ ਲਿਆ। ਧਿਆਨ ਰੱਖਿਆ ਜੇ ਇਹਦੀ ਆਉਣ ਵਾਲੀ ਪੀੜ੍ਹੀ ਨੂੰ, ਇਹਨਾਂ ਦੇ ਘਰ ਜਿਹੜੇ ਅੱਗੇ ਬੱਚੇ ਪੁੱਤਰ ਹੋਏ, ਮੇਰੇ ਸਤਿਗੁਰ ਨੇ ਉਹਨਾਂ ਨੂੰ ਆਪਣਾ ਫਰਜ਼ੰਦ ਕਹਿ ਕੇ ਨਵਾਜਿਆ ਸੀ। ਜਿਹਨੂੰ ਸੋਝੀ ਆ ਜਾਏ ਬਸ ਕਿ ਦੇਣ ਵਾਲਾ ਕਰਤਾ ਹੈ। ਬੜੀ ਪਿਆਰੀ ਘਟਨਾ ਸ਼ੇਖ ਸਾਦੀ ਨੇ ਲਿਖੀ। ਉਹ ਕਹਿੰਦਾ ਕੋਈ ਫਕੀਰ ਕਿਸੇ ਰਾਜੇ ਦੇ ਦਰ ਤੇ ਗਿਆ ਜੀ। ਉਹਨੇ ਰਾਜੇ ਦੇ ਘਰ ਜਾ ਕੇ ਅਲਖ ਗੁਜ਼ਾਰੀ ਵੀ ਕੋਈ ਹੈ ਘਰ ਵਿੱਚ, ਮੈਂ ਰਾਜੇ ਨੂੰ ਮਿਲਣਾ ਹੈ। ਮੈਂ ਮਨ 'ਚ ਸੋਚਦਾ ਸੀ ਵੀ ਕਦੀ ਰਾਜੇ ਦੀ ਸੰਗਤ ਮਿਲ ਜਾਏ, ਸੰਗ ਮਿਲ ਜਾਏ। ਰੋਜ਼ ਲੋਕਾਂ ਦੇ ਦਰ ਤੋਂ ਮੰਗ ਕੇ ਖਾਣਾ, ਇੱਕ ਦਿਨ ਰਾਜਾ ਮਿਲ ਜਾਏ ਨਾ, ਇਹਨਾਂ ਕੁ ਮੰਗ ਲਵਾਂਗਾ ਵੀ ਜ਼ਿੰਦਗੀ ਭਰ ਦੀ ਦਰਿਦਰਤਾ ਮੁੱਕ ਜਾਏ। ਅੱਜ ਜਾ ਕੇ ਬਾਹਰ ਸੇਵਾਦਾਰ ਨੂੰ ਕਹਿੰਦਾ, ਜਿਹੜਾ ਅਹਿਲਕਾਰ ਖੜਾ ਸੀ, ਵੀ ਮੈਨੂੰ ਰਾਜੇ ਨੂੰ ਮੈਂ ਮਿਲਣਾ ਹੈ। ਸੇਵਾਦਾਰ ਕੋ ਅਹਿਲਕਾਰ ਕਹਿੰਦਾ ਵੀ ਰਾਜੇ ਨੂੰ ਮਿਲਣ ਦੇ ਲਈ ਰਾਜੇ ਦੇ ਪਹਿਲੋਂ ਗੱਲਬਾਤ ਕਰਨੀ ਪੈਂਦੀ ਹੈ। ਉਹ ਕਹਿਣ ਲੱਗਾ ਤੁਸੀਂ ਜਾ ਕੇ ਪੁੱਛ ਲਵੋ, ਰਾਜੇ ਨੂੰ ਕਹੋ ਕੋਈ ਫਕੀਰ ਆਇਆ ਤੁਹਾਨੂੰ ਮਿਲਣਾ ਚਾਹੁੰਦਾ ਹੈ। ਉਹ ਅਹਿਲਕਾਰ ਨੇ ਬੜਾ ਟੋਕਿਆ ਵੀ ਕਿਸੇ ਤਰੀਕੇ ਨਾਲ ਚਲਾ ਜਾਏ, ਇਹ ਮੈਲੇ ਕੁਚਲੇ ਕੱਪੜੇ ਪਾਏ ਨੇ, ਮੈਂ ਫਰਿਆਦੀ ਬਣ ਕੇ ਕੀ ਜਾ ਕੇ ਕਵਾਂ ਤੇ ਕਿਵੇਂ ਨੂੰ ਮਿਲਾਵਾਂ। ਮਨ ਵਿੱਚ ਬੜਾ ਸ਼ੰਕਾ ਸੀ। ਜੋ ਬਹਿ ਗਿਆ ਉੱਥੇ ਗਿਆ ਕੋਈ ਨਾ। ਇਹਨੇ ਜਦੋਂ ਵਾਰ-ਵਾਰ ਅਹਿਲਕਾਰ ਨੇ ਕਿਹਾ ਵੀ ਨਹੀਂ ਤੂੰ ਜਾ, ਰਾਜੇ ਨੇ ਲੰਘਦੇ ਹੋਏ ਕੋਲੋਂ ਤੇ ਰਾਜੇ ਦੇ ਕੰਨ 'ਚ ਗੱਲ ਪੈ ਗਈ। ਰਾਜੇ ਨੇ ਅਹਿਲਕਾਰ ਨੂੰ ਪੁੱਛ ਲਿਆ ਵੀ ਕੀ ਗੱਲ। ਉਹ ਕਹਿੰਦੇ ਰਾਜਨ ਸਵੇਰ ਦਾ ਇੱਥੇ ਆ ਬਾਹਰ ਬੈਠਾ ਹੈ ਫਕੀਰ, ਇਹ ਕਹਿੰਦਾ ਮੈਂ ਰਾਜਨ ਨੂੰ ਮਿਲ ਕੇ ਜਾਣਾ ਹੈ। ਮੈਂ ਬੜਾ ਰੋਕਿਆ ਇਹਨੂੰ ਵੀ ਤੈਨੂੰ ਜੋ ਚਾਹੀਦਾ ਮਿਲ ਜਾਏਗਾ, ਪਰ ਇੱਥੋਂ ਜਾ। ਇਹ ਕਹਿੰਦਾ ਮੈਨੂੰ ਚਾਹੀਦਾ ਕੁਛ ਨਹੀਂ, ਮੈਂ ਰਾਜੇ ਨੂੰ ਮਿਲਣਾ ਹੈ। ਰਾਜੇ ਨੇ ਕਿਹਾ ਵੀ ਕੋਈ ਗੱਲ ਨਹੀਂ, ਇਹਨੂੰ ਭੇਜ ਦਿਓ। ਰਾਜੇ ਨੇ ਅੰਦਰ ਬੁਲਾ ਲਿਆ। ਜਿਸ ਵੇਲੇ ਗਿਆ ਤੇ ਇਹ ਰਾਜੇ ਦਾ ਸਮਾਂ ਸੀ, ਇਹਦੇ ਜੀਵਨ ਦਾ ਨੇਮ ਸੀ ਜੀ। ਇਹਨੇ ਨੇਮ ਨਿਭਾਉਣ ਲੱਗਿਆ ਰੱਬ ਨੂੰ ਚੇਤੇ ਕੀਤਾ, ਫਰਿਆਦੀ ਬਣ ਕੇ ਆਪਣੇ ਮਾਲਕ ਦੇ ਚਰਨਾਂ ਵਿੱਚ ਹੱਥ ਜੋੜ ਕੇ ਖੜਾ ਕਹਿੰਦਾ, ਦਾਤਾ ਤੇਰੀ ਬਖਸ਼ਿਸ਼ ਨਾਲ ਇੰਨਾ ਰਾਜ ਭਾਗ ਮਿਲਿਆ, ਇੰਨੀ ਵਡਿਆਈ ਸ਼ੋਭਾ ਮਿਲੀ, ਇੰਨਾ ਵੱਡਾ ਰਾਜ ਭਾਗ, ਬਸ ਰਹਿਮਤ ਕਰੀ, ਆਪਣੀ ਕਿਰਪਾ ਮੇਰੇ ਤੇ ਬਣਾ ਕੇ ਰੱਖੀ। ਇਹ ਮੇਰਾ ਰਾਜ ਭਾਗ ਇਸ ਤੋਂ ਵੱਧ ਜਾਏ, ਮੇਰੇ ਰਾਜ ਭਾਗ ਦੀ ਸਰਹੱਦ ਵੱਧ ਜਾਏ, ਮੇਰੇ ਕੋਲੋਂ ਧਨ ਦੀ ਬਹੁਤਾਤ ਹੋਵੇ, ਮੇਰੇ ਰਾਜ ਭਾਗ ਵਿੱਚ ਸਮਰਿੱਧੀ ਹੋਵੇ, ਕੋਈ ਦੁਖੀ ਨਾ ਰਵੇ। ਇਹ ਜਦੋਂ ਇੰਨੀਆਂ ਗੱਲਾਂ ਰੱਬ ਨਾਲ ਕਰ ਰਿਹਾ ਸੀ, ਇਸ ਫਕੀਰ ਨੇ ਰਾਜੇ ਦੀਆਂ ਗੱਲਾਂ ਸੁਣ ਲਈਆਂ, ਸੁਣੀਆਂ ਤੇ ਸੁਣ ਕੇ ਵਾਪਸ ਉਹਨਾਂ ਹੀ ਪੈਰਾਂ ਤੇ ਵਾਪਸ ਪਰਤਣ ਲੱਗਾ। ਅਹਿਲਕਾਰ ਦੇ ਕੋਲੋਂ ਲੰਘਿਆ। ਉਹ ਕਹਿੰਦਾ ਕੀ ਗੱਲ ਹੈ ਜੀ, ਹੁਣ ਅੰਦਰ ਗਿਆ, ਮੁੜ ਕੇ ਆ ਗਿਆ, ਮਿਲ ਲਿਆ ਰਾਜੇ ਨੂੰ। ਸਵੇਰ ਦਾ ਤੂੰ ਰੋਲਾ ਪਾਇਆ ਹੈ, ਪਰ ਇੰਨੀ ਛੇਤੀ ਤੇਰੀ ਮੁਲਾਕਾਤ ਹੋ ਵੀ ਗਈ ਤੇ ਖਾਲੀ ਹੱਥ ਜਾ ਰਿਹਾ ਹੈ। ਇਹਨੇ ਜਦੋਂ ਇੰਨੀ ਗੱਲ ਆਖੀ, ਉਹ ਕਹਿਣ ਲੱਗਾ ਨਹੀਂ, ਅਸਲ ਵਿੱਚ ਅੱਜ ਤੇਰੇ ਰਾਜੇ ਦੇ ਦਰ ਤੇ ਆਇਆ, ਮੇਰੇ ਜੀਵਨ ਦਾ ਬੜਾ ਵੱਡਾ ਭਰਮ ਮੁੱਕ ਗਿਆ। ਇਹਨੇ ਨੂੰ ਰਾਜੇ ਨੂੰ ਅੰਦਰੋਂ ਆਵਾਜ਼ ਮਾਰੀ। ਅਹਿਲਕਾਰ ਆਇਆ, ਕਹਿੰਦਾ ਫਕੀਰ ਮਿਲਣ ਆਇਆ ਸੀ ਪਰ ਮਿਲ ਕੇ ਨਹੀਂ ਗਿਆ, ਵਾਪਸ ਚਲਾ ਗਿਆ। ਅਹਿਲਕਾਰ ਨੇ ਜਾ ਕੇ ਫਕੀਰ ਨੂੰ ਬੁਲਾਇਆ। ਫਕੀਰ ਰਾਜੇ ਦੇ ਸਾਹਮਣੇ ਆਇਆ। ਰਾਜੇ ਨੇ ਕਿਹਾ ਸਵੇਰ ਦਾ ਤੂੰ ਬਾਹਰ ਖੜਾ ਪੁਕਾਰ ਕਰਨਾ ਪਿਆ ਵੀ ਰਾਜੇ ਨੂੰ ਮਿਲਣਾ ਹੈ, ਰਾਜੇ ਨੂੰ ਮਿਲ ਕੇ ਜਾਣਾ ਹੈ, ਤੇ ਜੇ ਤੈਨੂੰ ਮਿਲਣ ਲਈ ਕਿਹਾ ਹੈ ਤੇ ਤੂੰ ਅੰਦਰ ਆ ਕੇ ਖਾਲੀ ਹੱਥ ਚਲਾ ਗਿਆ, ਤੂੰ ਮਿਲਿਆ ਵੀ ਨਹੀਂ, ਗੱਲਬਾਤ ਵੀ ਨਹੀਂ ਕੀਤੀ। ਕਹਿਣ ਲੱਗੇ ਰਾਜਨ ਬਸ ਕੀ ਗੱਲਬਾਤ ਕਰਾਂ, ਆਇਆ ਸਾਂ ਤੇਰੇ ਦਰ ਤੇ ਮੰਗਤਾ ਬਣ ਕੇ ਕੁਝ ਲੈ ਕੇ ਜਾਵਾਂਗਾ, ਪਰ ਸੱਚ ਹੈ ਤੂੰ ਬਹੁਤ ਵੱਡਾ ਜੀਵਨ ਦਾ ਸਿੱਖਿਆ ਦੇ ਦਿੱਤੀ, ਅੱਜ ਬਹੁਤ ਵੱਡਾ ਲੈਸਨ ਦੇ ਦਿੱਤਾ ਤੂੰ। ਉਹ ਕਹਿਣ ਲੱਗੇ ਮੈਂ ਤੇ ਤੇਰੇ ਨਾਲ ਗੱਲਬਾਤ ਹੀ ਕੋਈ ਨਹੀਂ ਕੀਤੀ। ਉਹ ਕਹਿੰਦਾ ਅਸਲ ਵਿੱਚ ਗੱਲਬਾਤ ਤੂੰ ਕੋਈ ਨਹੀਂ ਕੀਤੀ, ਪਰ ਇਹ ਸੱਚ ਹੈ ਵੀ ਜਿਸ ਵਕਤ ਤੂੰ ਅੰਦਰ ਆਇਆ, ਮੈਂ ਅੰਦਰ ਆਇਆ ਤੇਰੇ ਕੋਲੋਂ ਫਰਿਆਦੀ ਬਣ ਕੇ, ਤੂੰ ਮਾਲਕ ਦੇ ਚਰਨਾਂ ਵਿੱਚੋਂ ਕੁਝ ਮੰਗ ਰਿਹਾ ਸੀ ਕਿ ਮੇਰੇ ਮਾਲਕ ਅੱਲਾਹ ਤਾਲਾ ਰਾਜ ਭਾਗ ਦਿੱਤਾ, ਸੁੱਖ ਸਮਰਿੱਧੀ ਦਿੱਤੀ, ਧਨ ਦਿੱਤਾ, ਇਸੇ ਤਰ੍ਹਾਂ ਆਪਣੀਆਂ ਰਹਿਮਤਾਂ ਬਣਾ ਕੇ ਰੱਖੀ। ਮੇਰੇ ਮਨ ਨੇ ਅੰਦਰੋਂ ਆਵਾਜ਼ ਮਾਰੀ, ਉਹ ਮਨਾ ਕਿੱਥੇ ਮੰਗਤੇ ਦੇ ਦਰ ਤੋਂ ਮੰਗਣਾ ਪਿਆ, ਜਿੰਦੇ ਦਰ ਤੋਂ ਇਹ ਰਾਜਾ ਮੰਗਤਾ ਬਣ ਕੇ ਮੰਗਦਾ ਪਿਆ, ਤੂੰ ਉਹਦੇ ਕੋਲੋਂ ਕਿਉਂ ਨਹੀਂ ਮੰਗ ਲੈਂਦਾ? ਜਿੰਦੇ ਦਰ ਤੇ ਫਰਿਆਦੀ, ਤੂੰ ਉਹਦਾ ਫਰਿਆਦੀ ਕਿਉਂ ਨਹੀਂ ਬਣ ਜਾਂਦਾ? ਸੱਚੇ ਗੁਰਮੁਖੋ, ਜਿਹੜੇ ਕਰਤੇ ਮਾਲਕ ਅਕਾਲ ਪੁਰਖ ਦੇ ਫਰਿਆਦੀ ਬਣ ਗਏ, ਉਹਨਾਂ ਨੂੰ ਫਿਰ ਕਿਤੋਂ ਮੰਗਣ ਦੀ ਜ਼ਰੂਰਤ ਨਾ ਰਹੀ। ਤਾਂ ਹੀ ਭਗਤ ਧੰਨਾ ਜੀ ਕਹਿੰਦੇ ਨੇ, ਰੇ ਚਿਤ ਚੇਤਸ ਕੀਨਾ ਦਿਆਲ ਦਮੋਦਰ, ਬਿਬੈ ਨਾ ਜਾਣਸ ਕੋਏ, ਜੇ ਧਾਵੈ ਬ੍ਰਹਮੰਡ ਖੰਡ ਕੋ ਕਰਤਾ ਕਰੇ ਸੋ ਹੋਈ। ਜੇ ਤੂੰ ਖੰਡਾ ਬ੍ਰਹਮੰਡਾਂ ਵਿੱਚ ਵੀ ਭਟਕ ਲਏ
ਸੱਚ ਵਿੱਚ ਹੋਣਾ ਉਹ ਹੈ ਜਿਹੜਾ ਕਰਤੇ ਨੂੰ ਪਾਉਂਦਾ ਹੈ, ਤੇ ਜੇ ਕਰਤੇ ਦੇ ਹੁਕਮ ਵਿੱਚ ਰਹਿਣਾ ਹੀ ਸੱਚ ਜੀਵਨ ਜਾਂਚੇ, ਉਹ ਕਹਿੰਦਾ ਫਿਰ ਬਾਹਰ ਕਿਉਂ ਭਟਕਣਾ ਹੈ। ਉਹਨਾਂ ਨੇ ਬੜੀਆਂ ਪਿਆਰੀਆਂ ਦੋ ਉਦਾਹਰਨਾਂ ਦਿੱਤੀਆਂ। ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ, ਦੇ ਆਹਾਰ ਅਗਨ ਮੈਂ ਰਾਖੇ ਐਸਾ ਖਸਮ ਹਮਾਰਾ। ਕਹਿੰਦੇ ਨੇ ਕੁੰਮੀ ਜਲ ਮੈਂ ਤਨ ਤਿਸ ਬਾਹਰ, ਪੰਖ ਖੀਰ ਤਿਨ ਨਾਹੀ, ਦੇ ਆਹਾਰ ਅਗਨ ਮੈਂ ਰਾਖੇ। ਉਹ ਦੇ ਕੇ ਆਹਾਰ ਅਗਨ ਵਿੱਚ ਰੱਖਦਾ, ਕੁੰਮੀ ਪਾਣੀ ਵਿੱਚ, ਬੱਚੇ ਉਹਦੇ ਬਾਹਰ ਨੇ, ਕੋਈ ਉਹ ਪੰਛੀ ਦੀ ਤਰ੍ਹਾਂ ਪੰਖ ਨਹੀਂ ਉੱਡ ਕੇ ਮਾਂ ਕੋਲੋਂ ਚਲੇ ਜਾਣ, ਉਹਨਾਂ ਦੇ ਕੋਲੋਂ ਰਿਜ਼ਕ ਦਾ ਕੋਈ ਬੰਦੋਬਸਤ ਨਹੀਂ। ਪਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ ਪੰਖ ਖੀਰ ਤਿਨ ਨਾਹੀ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ। ਰੱਬ ਦੀਆਂ ਵਡਿਆਈਆਂ ਨੂੰ ਮਨ ਅੰਦਰ ਦੇਖ। ਰੋਗਨ ਤੇ ਅਰਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੇ, ਸ਼ਤਰ ਅਨੇਕ ਚਲਾਵਤ ਕਾਵ ਤੋ ਤਨ ਏਕ ਨ ਲਾਗਣ ਪਾਵੇ। ਰਾਖਤ ਹੈ ਆਪਨੋ ਕਰ ਦੈ ਕਰ, ਪਾਪ ਸੰਭੂ ਨਾ ਪੇਟਨ ਪਾਵੇ। और की बात कहाँ कह तो सो पेट ही के पट बीच बचावे। ਇਹ ਉਹਦੀਆਂ ਬਖਸ਼ਿਸ਼ਾਂ ਨੇ ਜੀ। ਗੁਰੂ ਰਾਮਦਾਸ ਕਹਿੰਦੇ ਨੇ ਨਾ ਕਰ ਚਿੰਤ, ਚਿੰਤਾ ਹੈ ਕਰਤੇ, ਹਰ ਦੇਵੈ ਜਲ ਥਲ ਜਨਤਾ ਸਭ ਤੈ, ਅਚਿੰਤ ਦਾਨ ਦੇ ਪ੍ਰਭ ਮੇਰਾ, ਵਿੱਚ ਪਾਥਰ ਕੀਟ ਪਖਾਣੀ ਹੈ। ਵੇਖੋ ਪੱਥਰ ਦੇ ਅੰਦਰ ਕੀੜੇ ਨੂੰ ਵੀ ਦਾਤ ਦੇ ਰਿਹਾ ਹੈ, ਉਹਦੇ ਰਿਜ਼ਕ ਦਾ ਬੰਦੋਬਸਤ ਵੀ ਕਰਕੇ ਬੈਠਾ। ਮਨਾ ਤੂੰ ਕਾਹਦੀ ਚਿੰਤਾ ਕਰਦਾ ਹੈ। ਗੁਰੂ ਰਾਮਦਾਸ ਜੀ ਕਹਿੰਦੇ ਨੇ ਅੱਜ ਕਿ ਚਿੰਤਾ ਨਾ ਕਰ, ਕਰਤੇ ਦੇ ਚਰਨਾਂ ਵਿੱਚ ਫਰਿਆਦੀ ਬਣ ਕੇ ਅਰਦਾਸ ਕਰ। ਵੇਖੋ ਸਭ ਦਾਤਾਂ ਦੇਣ ਵਾਲਾ ਹੈ। ਕਿੰਨੇ ਬਚਨ ਅੰਮ੍ਰਿਤ ਬਾਣੀ ਦੇ ਅੰਦਰ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਅੰਦਰ, ਜਿਨ੍ਹਾਂ ਵਿੱਚ ਸਤਿਗੁਰ ਨੇ ਪਰਮਾਤਮਾ ਦੀ ਬਖਸ਼ਿਸ਼ ਨੂੰ ਸਮਝਣ ਦੀ ਗੱਲ ਕੀਤੀ। ਨਿਰਦਨ ਕੋ ਦੇਵੋ ਤੁਮ ਧਨਾ। ਪਾਤਸ਼ਾਹ ਕਹਿੰਦੇ ਨੇ ਅਨਿਕ ਪਾਪ ਜਾਹੇ ਨਿਰਮਲ ਮਨਾ, ਸਗਲ ਮਨੋਰਥ ਪੂਰਨ ਕਾਮ, ਭਗਤ ਆਪਣੇ ਕੋ ਦੇਵੋ ਨਾਮ। ਸਤਿਗੁਰ ਕਿਰਪਾ ਕਰਕੇ ਮੈਨੂੰ ਨਾਮ ਦੀ ਦਾਤ ਦਿਓ, ਕਿਉਂਕਿ ਸਭ ਦਾਤਾਂ ਦੇਣ ਵਾਲਾ ਤੂੰ ਆਪ ਹੀ।